ਲੋ ਜੀ ਅੱਜ ਅਸੀਂ ਮੋਟਰਸਾਈਕਲ ਦੀ ਸੀਟ ਤੇ ਕਾਠੀ ਪਾ ਲਈ ਤੇ ਅਸੀਂ ਤਿਆਰ ਹੋ ਕੇ ਜਾਣ ਲੱਗੇ ਆ ਇੱਕ ਪਰੋਣੇ ਕੋਲ। ਉਸ ਪਰੋਣੇ ਕੋਲ ਰੋਟੀ ਖਾਵਾਂਗੇ ਜਿੰਨੇ ਰੋਟੀ ਆਪ ਕਦੀ ਮੁੱਲ ਨਹੀਂ ਖਾਧੀ। ਉਹ ਪਰੋਣਾ ਤੁਹਾਨੂੰ ਐਂਡ ਤੇ ਅਸੀਂ ਐਕਸਕਲੂਸਿਵ ਕਰਾਂਗੇ ਪਰੋਣਾ ਕਿਹੜਾ ਹੈਗਾ। ਤੇ ਉਹ ਜਨਾਬ ਪਰੋਣਾ ਐਸਾ ਪਰੋਣਾ ਜਿਹੜੇ ਹੋਟਲ ਤੇ ਜਾਏ ਉਹਦੇ ਕੋਲ ਪੈਸੇ ਨਹੀਂ ਲੈਂਦੇ। ਇਹ ਰਸਤੇ 'ਚ ਜਾਂਦਿਆਂ ਜਾਂਦਿਆਂ ਹੁਣ ਨਿਕਲਣ ਲੱਗਾ, ਗੱਡੀ ਤੇ ਲੱਭੀ ਕੋਈ ਨਹੀਂ, ਸਾਨੂੰ ਲੱਭ ਗਿਆ ਇੱਕ ਮੋਟਰਸਾਈਕਲ ਵੀ ਲੱਭਾ, ਬੜਾ ਛੇਤੀ 10 ਵਾਲਾ ਮੋਟਰਸਾਈਕਲ ਆ। ਉਹਦੇ ਤੇ ਚੱਲੇ ਆ ਅਸੀਂ। ਇਹ ਕੁੜੀ ਨੂੰ ਵੇਖ ਲਓ, ਇਹਨੂੰ ਕੁਛ ਨਹੀਂ ਕਹਿਣਾ, ਇਹ ਵਿਚਾਰੀ ਬੇਜ਼ਬਾਨ ਆ। ਇਹ ਮੋਟਰਸਾਈਕਲ ਤੇ ਬਹਿ ਕੇ ਕਾਠੀ ਬੱਚਾ ਮੋਟਰਸਾਈਕਲ ਤਿਆਰ ਕਰਨ ਲੱਗਾ। ਉਹਨੇ ਕਿਹਾ ਬੋਸ ਨੇ ਅੱਜ ਉੱਤੇ ਲੱਤ ਚੜਾ ਕੇ ਟਪਾ ਕੇ ਲੱਤ ਉੱਤੇ ਲੱਤ ਰੱਖ ਕੇ ਇਹਦੇ ਤੇ ਬਹਿ ਕੇ ਜਾਣਾ ਤੇ ਦੰਦੀਆਂ ਬੜੀਆਂ ਕਰਦਾ। ਹਰ ਟਾਈਮ ਇਹ ਨਸ਼ੇ 'ਚ ਹੁੰਦਾ। ਤੇ ਜਿਹੜਾ ਤੁਹਾਨੂੰ ਅੱਜ ਪ੍ਰਾਹੁਣਾ ਅਸੀਂ ਵਹਾਨ ਜਾਣਾ ਤੇ ਜਨਾਬ ਛਾਪਾ ਮਾਰਨਾ ਤੇ ਸਰਪ੍ਰਾਈਜ਼ ਦੇਣਾ ਜਿਹਨੂੰ ਮਿਲਣ ਚੱਲਿਆ। ਉਹ ਵੈਸੇ ਗੱਡੀ ਖਲੋਤੀ ਹੈ ਪਰ ਗੱਡੀ ਜਿਹੜੀ ਆ ਨਾ ਮੇਰੀ ਨਹੀਂ, ਠੀਕ ਹੈ। ਤੇ ਮੇਰੀ ਜਿਹੜੀ ਗੱਡੀ ਆ ਉਹ ਧਾਗੇ ਨਾਲ ਚੱਲਦੀ ਹੈ ਜਿਹਦੇ 'ਚ ਮਿੱਟੀ ਪਾ ਕੇ ਅਸੀਂ ਚਲਾਉਂਦੇ ਹਾਂ। ਧਾਗਾ ਫੜ ਕੇ ਤੇ ਅਸੀਂ ਰੇਸਾ ਲਾਉਂਦੇ ਹਾਂ। ਤੇ ਲੋ ਅਗਲੀ ਵਾਰੀ ਤੁਹਾਨੂੰ ਹੁਣ ਰੋਡ ਤੇ ਚੜ੍ਹਦੇ ਹਾਂ, ਬੜਾ ਰਸ਼ ਹੈ। ਇਹ ਇੰਨਾ ਕੁ ਰਸ਼ ਹੈ ਬੁੱਫਲਾ ਮੈਂ ਕਿੱਥੇ ਜਾਵਾਂ ਪਾਕਿਸਤਾਨ 'ਚ ਇੰਨਾ ਰਸ਼, ਪਰ ਸੋਹਣਾ ਪਾਕਿਸਤਾਨ ਰਸ਼ 'ਚ ਹੀ ਸੋਹਣਾ ਲੱਗਦਾ। ਇਹ ਲੋ ਜੀ ਹੁਣ ਤੁਹਾਨੂੰ ਦੱਸਾਂਗੇ ਜਾਣਾ ਕਿੱਥੇ ਆ। ਇਹ ਮੀਆਂ ਮੈਡੀਕਲ ਸਟੋਰ ਵਾਲੇ ਨੇ, ਇਹਨਾਂ ਦੀ ਦਵਾਈਆਂ ਅਸਲੀ ਹੁੰਦੀਆਂ ਨੇ ਤੇ ਜਨਾਬ ਨਸਲੀ ਹੁੰਦੀਆਂ ਨੇ। ਤੇ ਲੋ ਮੈਂ ਹੁਣ ਚੱਲਾਂ, ਮੇਰੀ ਤਿਆਰੀ ਹੈ। ਸਾਈਕਲ ਦੀ ਕਾਠੀ ਸੀ ਤਿਆਰ ਕਰ ਲਿੱਤੀ, ਤੇਲ ਸ਼ੇਲ ਪਵਾ ਲਿੱਤਾ ਧਾਰਾ, ਕਿਉਂਕਿ ਮੁੱਲ ਤੇ ਪੈਸੇ ਇੰਨੇ ਨਹੀਂ ਹੈ। ਜੋ ਕਮਾਉਂਦੇ ਆ ਲੋਕਾਂ ਨੂੰ ਵੰਡ ਦਿੰਦੇ ਆ। ਤੇ ਲੋ ਹੁਣ ਅਗਲੀ ਗੱਲ ਜਾਵਾਂਗੇ ਉਸ ਪਰੋਣੇ ਦੇ ਘਰ ਤੱਕ ਪਹੁੰਚ ਕੇ ਤੁਹਾਨੂੰ ਐਡਰੈਸ ਦੱਸਾਂਗੇ ਕਿਹਦੇ ਕੋਲ ਚੱਲੇ ਆ। ਬੜੀ ਮਸ਼ਹੂਰ ਸੈਲੀਬ੍ਰਿਟੀ ਹੈਗੀ ਹੈ, ਬੜਾ ਹੀ ਮਸ਼ਹੂਰ ਬੰਦਾ ਹੈ। ਉਹ ਐਡਾ ਕੁ ਮਸ਼ਹੂਰ ਹੈ ਕਦੀ ਉਹਨੇ ਮੁੱਲ ਦਾ ਸਾਲਨ ਨਹੀਂ ਖਾਧਾ, ਲੋਕਾਂ ਕੋਲ ਖਾਧਾ, ਜਦੋਂ ਵੀ ਖਾਧਾ ਮੰਗ ਕੇ ਖਾਧਾ। ਇਹ ਬੰਦਾ ਬਾਰ-ਬਾਰ ਨਜ਼ਰ ਆ ਰਿਹਾ, ਇਹ ਉਹਨੂੰ ਮਿਲਣ ਨੂੰ ਬੇਤਾਬ ਆ। ਲੋ ਜੀ ਜਿੱਦਾਂ ਤੁਹਾਨੂੰ ਕਿਹਾ ਸੀ ਜਨਾਬ, ਅਸੀਂ ਜਾਈ ਜਾਂਦੇ ਪਏ ਆ ਸੂਰਜ ਦੀ ਨੱਕ ਦੀ ਸੀਟ 'ਚ ਜਾਈ ਜਾ ਰਹੇ ਆ। ਤੇ ਸੂਰਜ ਵੇਖੋ ਕਿੱਡਾ ਪਿਆਰਾ ਲੱਗਦਾ ਪਿਆ। ਤੇ ਇਹ ਦੇਖੀ ਜਾਓ, ਇਹ ਬੜੀ ਪਿਆਰੀ ਜਗ੍ਹਾ। ਇਹ ਸੂਰਜ ਵੇਖੋ ਕਿੱਦਾਂ ਮੇਰੇ ਕੋਲ ਨਹੀਂ ਆਇਆ। ਹੁਣ ਜਾਣੇ ਪਿਆ ਉਸੀ ਸ਼ਖਸੀਅਤ ਦੇ ਕੋਲ, ਮਹਿਮਾਨ ਨਵਾਜ਼ ਜਿਹੜਾ ਸਾਡਾ ਅਸੀਂ ਮੇਜ਼ਬਾਨ ਆ ਉਹਦੇ। ਤੇ ਅਸੀਂ ਨਿਕਲਣਾ ਇੱਥੋਂ ਸਿੱਧਾ ਤੇ ਜਾਈ ਜਾਣਾ ਪਿਆ। ਇੱਕ ਅੰਡਰਪਾਸ ਆਇਆ, ਅੰਡਰਪਾਸ ਤੋਂ ਲੰਘਣ ਤੋਂ ਬਾਅਦ ਅਸੀਂ ਜਾਵਾਂਗੇ। ਫਿਰ ਸੂਰਜ ਆ ਗਿਆ, ਲੁਕ ਗਿਆ। ਇਹ ਮੈਂ ਸਲੋਂਗੇ 'ਚੋਂ ਨਿਕਲਿਆ, ਨਿਕਲਣ ਤੋਂ ਬਾਅਦ ਮੇਰੀ ਦੁਨੀਆ ਬਦਲ ਗਈ। ਉਹ ਸੂਰਜ ਵੇਖੋ ਕਿੱਡਾ ਸੋਹਣਾ ਲੱਗਦਾ ਪਿਆ। ਤੇ ਐਡੀ ਦੂਰ ਉਹ ਭਾਈ ਨੇ ਸਾਨੂੰ ਬੁਲਾਇਆ ਕਿ ਜਿਹਦੀ ਕੋਈ ਹੱਦ ਹੀ ਨਹੀਂ, ਪਰ ਅਸੀਂ ਜਾਣਾ ਜ਼ਰੂਰ ਆ। ਅਸੀਂ ਉਹਨਾਂ ਤੋਂ ਬੜਾ ਇੰਸਪਾਇਰ ਹੋਏ ਆ। ਉਹ ਪਤਾ ਨਹੀਂ ਸਾਡੇ ਕੋਲ ਐਕਸਪਾਇਰ ਹੋਏ ਆ। ਹੈਲੋ ਜੀ, ਇਹ ਲਾਈਟਾਂ ਬੱਤੀਆਂ ਛੱਤੀਆਂ ਵੇਖ ਲਓ। ਇਹ ਮੈਕਡੋਨਲਡਸ ਵੀ ਆਇਆ। ਐਮ ਵਾਲਾ ਸਾਡਾ ਦਾਦਾ ਨਹੀਂ ਹੈ। ਤੇ ਹੁਣ ਤੁਹਾਨੂੰ ਲੈ ਕੇ ਜਾਣਾ ਅਸੀਂ ਉਸ ਆਪਣੇ ਮੇਜ਼ਬਾਨ ਕੋਲ ਜਿਹੜਾ ਸਾਡਾ ਇੰਤਜ਼ਾਰ ਨਹੀਂ ਕਰ ਰਿਹਾ। ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਆਉਂਦੇ ਪਏ ਹਾਂ। ਲੋ ਜੀ ਜਿਹਨੂੰ ਅਸੀਂ ਮੇਜ਼ਬਾਨ ਨੂੰ ਮਿਲਣ ਚੱਲੇ ਆਏ ਤੇ ਮੈਂ ਸੋਚਿਆ ਕਿ ਉਹਨੂੰ ਗੁਲਾਬੀ ਰੰਗ ਬੜਾ ਪਸੰਦ ਆ ਤੇ ਇਹਨਾਂ ਜਾਣੀ ਆ। ਤੇ ਅਸੀਂ ਸਿਲਸਿਲੇ ਜਿਹੜੇ ਜਾਣੇ ਆ ਰਿਸ਼ਤੇ ਤੇ ਇੱਕ ਡਿਸਕਸ ਕਰਨ ਜਾ ਰਹੇ ਹਾਂ ਕਿ ਰਿਸ਼ਤਾ ਤੇ ਜਿਸ ਮਹਿਮਾਨ ਨੂੰ ਮੇਜ਼ਬਾਨ ਨੂੰ ਮਿਲਣ ਜਾਣਾ ਉਹਦਾ ਰਿਸ਼ਤਾ ਉਹਨੂੰ ਜਾ ਕੇ ਹੁਣ ਦੇਣਾ ਫੁੱਲ। ਉਹਨੂੰ ਫੁੱਲਾਂ ਨਾਲ ਬੜਾ ਪਿਆਰ ਆ। ਤੇ ਨਾਲ ਮੈਂ ਇੱਕ ਵਾਰੀ ਕਿਹਾ ਵੀ ਸੀ ਕਿ ਫੁੱਲਾਂ ਦੇ ਨਾਲ ਕੰਡੇ ਨੇ, ਠੀਕ ਹੈ। ਹੁਣ ਨਾਲ ਅਸੀਂ ਚਲੀ ਜਾਂਦੇ ਹਾਂ ਕਿ ਆਪਣੀ ਮੰਜ਼ਿਲ ਨੂੰ ਗਮਲਾ ਨਾ ਤੇ ਇਹ ਉਹਦੇ ਪਾਸ ਲੈ ਕੇ ਜਾਣਾ। ਪਤਾ ਨਹੀਂ ਖੁਸ਼ ਹੁੰਦਾ ਕਿ ਨਹੀਂ ਹੁੰਦਾ। ਜੇ ਕਿਸੇ ਮਸ਼ਹੂਰ ਨੇ ਦਿੱਤਾ ਹੁੰਦਾ ਤੇ ਉਹਨੇ ਖੁਸ਼ ਹੋ ਜਾਣਾ ਸੀ। ਇਹ ਦੇਣ ਲੱਗਾ ਭਰਾ, ਉਹ ਤੇ ਬਹੁਤਾ ਖੁਸ਼ ਹੋਊਗਾ। ਚਲੋ ਜੀ ਹੁਣ ਅਗਲੀ ਰਾਤ ਤੁਹਾਨੂੰ ਪਾਉਂਦੇ ਹਾਂ ਲਾਸ਼ ਬਹਾਨੇ ਕਿੰਨਾ ਹੋਊਗੀ। ਲੋ ਜੀ ਇਹ ਜਿਸ ਹਸਤੀ ਨੂੰ ਅਸੀਂ ਮਿਲਣ ਜਾ ਰਹੇ ਹਾਂ ਉਹ ਜਨਾਬ ਚੜ੍ਹਦਾ ਅੱਜ ਚਮਕਦਾ ਸਿਤਾਰਾ। ਇਹ ਸਾਰਾ ਰਸ਼ ਉਹਦੇ ਵੱਲ ਲੱਗਾ, ਉਹਨੂੰ ਸਾਰੇ ਮਿਲਣ ਜਾ ਰਹੇ ਆ। ਉਹ ਐਸੀ ਹਸਤੀ ਆ, ਇਹ ਉਹ ਸੁਸਾਇਟੀ ਆ ਜਿਹਦੇ 'ਚ ਉਹ ਬੰਦਾ ਰਹਿੰਦਾ। ਅਸੀਂ ਹੁਣ ਆ ਗਏ ਹਾਂ, ਉੱਥੇ ਪਹੁੰਚ ਗਏ ਹਾਂ ਤੇ ਉੱਥੇ ਜਾ ਕੇ ਉਦੋਂ ਮਿਲਾਂਗੇ। ਇਹ ਸਾਰੀਆਂ ਜਿੰਨੀਆਂ ਵੀ ਗੱਡੀਆਂ ਇਹ ਤੁਰੀ ਜਾਂਦੀਆਂ ਇਹ ਸਾਰੀਆਂ ਉਹਦੇ ਵਾਸਤੇ ਆ। ਇਸ ਸੁਸਾਇਟੀ ਦੇ ਵਿੱਚ ਮੈਨੂੰ ਇਹ ਮਸਜਿਦ ਬੜੀ ਪਿਆਰੀ ਲੱਗੀ ਤੇ ਮੈਂ ਵੇਖਦਿਆਂ ਜਾਂਦਾ ਤੇ ਮੈਂ ਮਾਸ਼ਾਅੱਲਾ ਕਿਹਾ। ਉੱਤੋਂ ਹੋ ਗਿਆ ਮਗਰਿਬੀਨ ਦਾ ਟਾਈਮ ਤੇ ਫਿਰ ਨਮਾਜ਼ ਦਾ ਵਕਫਾ ਹੋ ਗਿਆ। ਅਸੀਂ ਨਮਾਜ਼ ਪੜ੍ਹ ਅਦਾ ਕਰਾਂਗੇ। ਇਸ ਤੋਂ ਬਾਅਦ ਉਹ ਜਨਾਬ ਨੂੰ ਮਿਲਣ ਜਾਵਾਂਗੇ ਤੇ ਮਸਜਿਦ ਬੜੀ ਪਿਆਰੀ ਹੈ। ਮਾਸ਼ਾਅੱਲਾ ਕਹਿ ਦਿਆ ਜੇ ਕਮੈਂਟਸ 'ਚ ਮਾਸ਼ਾਅੱਲਾ। ਅੱਛਾ ਜੀ, ਅੱਜ ਜਿਹਨਾਂ ਨੂੰ ਮਿਲਣ ਆਏ ਆ ਉਹਨਾਂ ਵਾਸਤੇ ਅਸੀਂ ਉਹ ਬੜਾ ਮੁਫਤਾ ਫਾਸਟ ਫੂਡ ਖਾਂਦੇ ਆ। ਉਹਨਾਂ ਨੂੰ ਮਨਾ ਕੀਤਾ ਕਿ ਫਾਸਟ ਫੂਡ ਨਾ ਖਾਧਾ ਕਰੋ ਤੇ ਉਹਨਾਂ ਵਾਸਤੇ ਐਕੀ ਲੈ ਕੇ ਚੱਲੇ ਆ ਜਿਹੜੀ ਫਰੂਟ। ਅੱਛਾ ਕਿਸਮਤ ਉਹਨਾਂ ਦੀ ਨਸੀਬ ਵੇਖੋ ਕਿੱਦਾਂ ਰਿਹਾ। ਤੇ ਜਨਾਬ ਉਹ ਜਦੋਂ ਵੀ ਉਹਨਾਂ ਨੂੰ ਲੱਭਦੀ ਫ੍ਰੀ ਦੀ ਸ਼ੈ ਲੱਭਦੀ। ਅੱਜ ਚੱਲਾ ਫਰੂਟ ਉਹਨਾਂ ਨੂੰ। ਅਸੀਂ ਉਹਨਾਂ ਨੂੰ ਮਨਾ ਕਰਨਾ ਕਿ ਤੁਹਾਡੀ ਚਰਬੀ ਬਹੁਤ ਚੜ੍ਹਦੀ ਜਾ ਰਹੀ ਹੈ ਤੇ ਤੁਸੀਂ ਖਾਇਆ ਕਰੋ ਫਰੂਟ। ਅਸੀਂ ਲੈ ਕੇ ਚੱਲੇ ਉਹਨਾਂ ਵਾਸਤੇ ਫਰੂਟ ਤੇ ਉਹ ਬਹੁਤ ਜ਼ਿਆਦਾ ਖਾਂਦੇ ਸਨ ਜਨਾਬ ਬਾਜ਼ਾਰੀ ਚੀਜ਼ਾਂ। ਹੁਣ ਉਹਨਾਂ ਨੂੰ ਅਸੀਂ ਮਨਾ ਕਰਤਾ ਕਿ ਫਰੂਟ ਤੇ ਲੱਗ ਜਾਓ, ਫਰੂਟ ਲੈ ਕੇ ਜਾਣਾ। ਉਹਨਾਂ ਵਾਸਤੇ ਮਿਲਣ ਜਾ ਰਹੇ ਹਾਂ ਤੇ ਅੱਜ ਤੁਸੀਂ ਦੇਖਣਾ ਹੈ ਅਸੀਂ ਮਿਲਣ ਕਿਹਨੂੰ ਜਾਣਾ। ਸ਼ੁਕਰੀਆ, ਆਪਣਾ ਖਿਆਲ ਰੱਖਣਾ ਤੇ ਮਿਲਿਆ ਜੁਲਿਆ ਕਰੋ।
ਅੱਛਾ ਜੀ, ਪਾਰਕ ਵਿਊ ਸੁਸਾਇਟੀ ਦਾ ਇੱਕ ਮੈਨੂੰ ਬੜਾ ਪਿਆਰਾ ਇੱਕ ਵਿਊ ਲੱਗਾ ਤੇ ਇੱਕ ਬੜਾ ਈਜ਼ੀ ਜਿਹੜੀ ਲੋਕੇਸ਼ਨ ਹੈ ਇੱਥੋਂ ਲੱਭਣੀ ਕੋਈ ਮੁਸ਼ਕਲ ਨਹੀਂ ਹੈ। ਤੇ ਇਹ ਦੇਖੋ ਮਾਸ਼ਾਅੱਲਾ ਇਹ ਈਜ਼ੀ ਲੋਕੇਸ਼ਨ ਹੈ, ਪਾਰਕ ਵਿਊ ਸੁਸਾਇਟੀ 'ਚ ਆ ਗਿਆ। ਜਿਨ੍ਹਾਂ ਨੂੰ ਮੈਂ ਮਿਲਣ ਆਇਆ ਤੇ ਉਹ ਹਸਤੀ ਜਿਹੜੀ ਨੇ ਮਾਸ਼ਾਅੱਲਾ ਉਹਨਾਂ ਨੂੰ ਬਾਰ-ਬਾਰ ਮਿਲਣ ਤੇ ਦਿਲ ਕਰਦਾ। ਤੇ ਉਸ ਤੋਂ ਬਾਅਦ ਅੱਛਾ ਮੈਂ ਘਰ ਵਾਲਾ ਕਿੱਦਾਂ ਪਛਾਣਾ, ਉੱਤੇ ਨੰਬਰ ਨਹੀਂ ਲਿਖਿਆ ਹੋਇਆ। ਘਰ ਉਹਨਾਂ ਦਾ ਮੈਂ ਪਛਾਣਿਆ ਜਿਹੜਾ ਦਾ ਕੱਪੜੇ ਛੜਿਆਂ ਦੇ ਜਿਹੜੇ ਕੱਪੜੇ ਹੁੰਦੇ ਨਾ ਸ਼ਾਦੀ ਤੋਂ ਪਹਿਲੇ ਵੀ ਟੰਗੇ ਹੁੰਦੇ ਨੇ ਇੱਦਾਂ ਹੀ ਤੇ ਬਾਅਦ 'ਚ ਵੀ ਇੱਦਾਂ ਹੀ ਟਕੇ ਹੁੰਦੇ ਆ। ਉੱਥੇ ਮਾਰਿਆ ਜੀ ਜੇ ਹਸਨੈਨ ਬੇਟਾ ਇੱਧਰ ਆ ਨਾ ਨੇੜੇ ਜਿੱਥੇ ਫੁੱਲ ਲੈ ਕੇ ਜਾਣੇ ਆ ਦਿਖਾਤਾ ਜਨਾਬ। ਇਹ ਦੇਖੋ ਕੱਪੜੇ ਜਿਹੜੇ ਇੱਦਾਂ ਟੰਗੇ ਹੋਏ ਆ ਤੇ ਵਿਆਹ ਤੋਂ ਬਾਅਦ ਹੀ ਬੰਦਾ ਇੰਝ ਹੀ ਟੰਗਿਆ ਰਹਿੰਦਾ। ਤੇ ਇਸ ਵਾਸਤੇ ਮੈਂ ਕਹਿੰਦਾ ਹੁਣ ਬੁਆ ਠਿਕਾਣੇ ਆ ਉਹਨਾਂ ਨੂੰ ਨਹੀਂ ਪਤਾ ਤੇ ਅਸੀਂ ਆਏ ਹਾਂ ਅੱਜ ਹਸਨੈਨ ਬੇਟਾ। ਇਹ जी लाडला आज मुझे कह रहा था कि बार बार कह रहा था कि मैंने भी साथ जाना है तो मुझे लेके जाइएगा। अब तो मैं बैल देखता हूँ और अच्छा इन्हों की बैल भी बड़ी तेज़ है। रजा भाई की आवाज़ तो अपनी बड़ी धीमी है। तो अस्सलाम वालेकुम भाजी। भाजी इतने छड़े रहते हैं या आप रहते हैं? नहीं छड़े छड़े छांट या छड़े 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 भाजी घर किन्ना दा? रजा भाई मैं अंदर आ सकता? ਉਹਨਾਂ ਨੂੰ ਪੁੱਛੋ ਮੈਂ ਆਇਆ ਸੈਮਨ ਸਟਰੀਟ ਬਾਜ਼ਾਰ 'ਚ ਭਾਜੀ ਲੰਡੇ ਵਾਲਾ ਕੰਮ ਕਰਦਾ ਸ਼ਾਹ ਲੰਡੇ ਵਾਲਾ ਤੇ ਉਹਨਾਂ ਨੂੰ ਪੁੱਛ ਸਕਦੇ ਤੂੰ ਮੈਂ ਆ ਜਾ। हाँ ਭਲਾ ਹੋਵੇ ਅੰਦਰ ਹੀ ਤੋੜ ਪੋ ਤੁਸੀਂ ਬੈ ਉਹਨਾਂ ਨੂੰ ਮੁੰਡਾ ਬੁਲਾਣ ਗਿਆ ਜੀ ਉਹਨਾਂ ਦੇ ਘਰ ਆ ਗਏ ਅਸੀਂ ਤੇ ਮਾਸ਼ਾਅੱਲਾ ਸਭ ਤੋਂ ਪਹਿਲੇ ਬੜੀ ਤਿਆਰੀ ਹੈ ਤੇ ਮੁੰਡਾ ਅੰਦਰੋਂ ਬੁਲਾਣ ਗਿਆ ਤੇ ਵੈਸੇ ਇਹਨਾਂ ਨੂੰ ਇੰਜ ਨਹੀਂ ਚਾਹੀਦਾ ਸੇਫਟੀ ਚਾਹੀਦੀ ਇਹਨਾਂ ਨੂੰ। ਉਹ ਦਰਵਾਜ਼ਾ ਬੰਦ ਨਹੀਂ ਉਹਨਾਂ ਨੇ ਕੀਤਾ ਤੇ ਅੰਦਰ ਚਲੇ ਗਏ ਸਨ। यानी कि इतों महसूस होता है रज़ा हैदर भाई बहुत ही सादे इंसान ने माशाल्लाह। बिस्मिल्लाहिर्रहमानिर्रहीम हामिम शामिम नून अलिफ स्वाद में अलिफ लाम मीम स्वाद हामिम यासीन ये लिखा हुआ पूरी आयत। तो रज़ा भाई को हम देखते हैं। आजा बेटा। अस्सलाम वालेकुम भाईजान। देखिए ये रज़ा भाई का ही ऑफिस है। कैसे हैं आप? रज़ा भाई कितने को बैठे हैं? क्या हाल है? अस्सलामुअलैकुम सलाम हो गया ये भाईजान। रज़ा भाई कहता ना भी लिया हाउस नंबर ਮੈਨੂੰ ਨਹੀਂ ਸੀ ਪਤਾ ਐਦਾਂ ਹੀ ਮੈਂ ਘੁੰਮ ਕੇ ਲਿਆ ਬੇਟਾ ਦੇ ਇੱਧਰ ਲਿਆ। ਇਹ ਜੀ ਤੁਹਾਡਾ ਬਹੁਤ ਵੱਡਾ ਫੈਨ ਆ ਭਾਜੀ। ਇਹਨੂੰ ਪਹਿਲੇ ਦੇ ਦੋ ਮੇਰੇ उधर मुंह क्या मैं बहा दे होने ये रज़ा भाई आपके लिए जी एदी करनी जरूरत सर ये फूड इसलिए होता है कि ये अपनी मोहब्बत का जो है ना मैं आपको इजहार कर रहा हूँ। मैं आपसे बहुत मोहब्बत करता हूँ। ਇਹ ਮਸਤੀਆਂ ਦੀ ਜਿਹੜੀ ਲੋਕ 95% ਤੁਹਾਨੂੰ ਐਦਾਂ ਦੀ ਮੁਹੱਬਤ ਕਰਦੇ ਆ। ਅਗਰ ਆ ਫੁੱਲ ਸੁੱਟ ਦਿੱਤਾ ਭਾਜੀ ਮੈਂ ਇੱਥੇ ਲਾਉਂਗਾ ਇਹ गुलाबों वाला फूल तू ऐसे करना दिला। रज़ा भाई को आया जो मिलने बड़ा इनको सरप्राइज रखा था। मैं अचानक आया हूँ तो अल्हम्दुलिल्लाह अपने कारोबार से एक टाइम निकाल के और स्पेशल इनके लिए टाइम निकाल के मिलने आया था कि मेरी विश थी कि बरोज़े क़यामत हमारा ईमान है कि सदात के कदमों में हमने बैठना है। तो ये सैयदादे हैं माशाल्लाह और नफीस इंसान है। बस ज़्यादा तारीफ नहीं करूँगा। इंसान को ज़्यादा तारीफ करे तो फूले बाहर समा जाता है बाहर बंदा। और बस खुशी हुई है मुझे इनको मिलने का तजस्सुस था और ये आए थे और मेरी भी विश थी कि मैं भी जाऊँ। अब आए आपको कुछ बैठाओगे? खिलाते हैं बल्कि नहीं ਅਸੀਂ ਖਾਣਾ ਪੀਣਾ ਨਹੀਂ ਹੈ ਭਾਜੀ ਅਸੀਂ ਸਿਰਫ ਮਿਲਣਾ ਹੈ। ਇਹ ਫਰੂਟ ਕੀ ਗੱਲ ਖੈਰ ਤੁਹਾਨੂੰ ਮੈਂ ਪੁੱਛਿਆ ਸੀ बिस्मिल्लाह क्या फ्रूट पसंद है या ਤੁਹਾਨੂੰ ਜਿਹੜਾ ਵੇ ਕਿ साबर। अच्छा ये जो बहुत ज्यादा वो करते हैं फ्रूट फास्ट फूड वगैरह बहुत ज्यादा यूज करते हैं आप लोग इनको सब एडवाइस दीजिएगा और मना कीजिएगा फास्ट फूड को अवॉइड करें और घर का खाना। आज इनको इंशाल्लाह उम्मीद है अगर मेरे पास बहुत ज्यादा ना ही तो रज़ा भी आपको अपने हाथों से खाना बना देगा। ओके हो गया डन हो गया ਇਹਨਾਂ ਦਾ ਫੋਨ ਬੰਦ ਕਰ ਦਿਓ ਯਾਰ। आज फोन बंद कर दो जी ਫੋਨ ਬੰਦ ਕਰ ਦਿਓ। पक्का पक्का बंद कर दो ठीक हो गया और सब अच्छा। हाँ, बस इधर बंद कर इधर बंद कर दो। आगे केला खाना चाहिए। हाँ जी केला बहुत ज़रूरी होता है जी सेहत वास्ते। ऐसे लिए थोड़े को मैं पहले आने तो पहले ना पूछना चाह रहा था मैं नहीं पूछा फिर मैं दिल च सोचा मैं भाजी रज़ा मैं पूछा कि भाजी कटिया फ्रूट पसंद करते हो या केड़ा फ्रूट पसंद करते हो। तो बहुत अच्छा फील होया। हाँ जी भाजी दादा दादा बेसिकली तारा कोई भी जिंदगी का मकसद नहीं नहीं मकसद है कोई भी यानी कि थोड़ी जिंदगी का कोई भी सिनेरियो ऐसा होता है कोई थोड़ी जिंदगी च कोई ऐसी चीज़ आती हैं इंसान आता ते एक अपना ही चीज़ होती है और अपना ही रीजन दसदा की होती है और नीतां की वजह तो नहीं। अच्छा जी वे लोग नीतां दे मामलात होंदे ना जो कोई भी रिलेशन होंदा थोड़ा ते वो बड़ा लॉन्ग लाइफ चलदा बिल्कुल कभी नॉट नहीं बहुत लॉन्ग लाइफ चलदा
ठीक है ਜੀ ਹੁਣ ਉਹਨਾਂ ਦੇ ਕਿਚਨ 'ਚ ਤੇ ਸੁਨਾਮੀ ਜਨਾਬ ਏਦਾਂ ਦੇ ਮੇਜ਼ਬਾਨ ਆ। ਸਭ ਤੋਂ ਪਹਿਲੇ ਸਾਨੂੰ ਜੁੱਤੀਆਂ ਇਹਨਾਂ ਨੇ ਜੁੱਤੀਆਂ ਹਾਈਜੈਨਿਕ, ਫਿਰ ਸਾਡੇ ਹੱਥ ਧੋਏ, ਫਿਰ ਕਹਿੰਦੇ ਹੱਥ ਧੋਣ ਤੋਂ ਬਾਅਦ ਆ ਜਾਓ ਆ ਜਾਓ ਹੁਣ kitchen। ਹੁਣ ਅਸੀਂ ਇਹਨਾਂ 'ਚ ਜਨਾਬ ਅੱਜ ਚਾਹ ਇਹਨਾਂ ਨੂੰ ਬਣਾ ਕੇ ਦੇਣ ਲੱਗੇ ਆਪ, ਕਿਉਂਕਿ ਅਸੀਂ ਨਾਲੇ ਬੜੀ ਸੀਰੀਅਸ ਗੱਲ ਕਰਨ ਆਏ ਸਾਂ, ਇੱਕ ਸ਼ਾਦੀ ਦੇ ਸਿਲਸਿਲੇ 'ਚ ਆਏ ਸਾਂ। ਰਜ਼ਾ ਬਾਈ ਦੇ ਕੋਲ ਅਸੀਂ ਹੋਣ ਲੱਗੇ ਸਾਂ ਸਵਾਲੀ ਏਦਾਂ ਹੋਣ ਲੱਗੇ ਸਾਂ, ਅਸੀਂ ਇਹਨਾਂ ਕੋਲ ਆਏ ਸਾਂ ਸਵਾਲੀ ਕਿ ਇਹਨਾਂ ਦਾ ਨਾ ਇੱਕ ਅਸੀਂ ਕਰਨ ਲੱਗੇ ਹਾਂ ਰਿਸ਼ਤਾ ਹੈ ਨਾਲ। ਉਹ ਰਿਸ਼ਤਾ ਏਦਾਂ, ਇਹਨਾਂ ਦੀ ਗੱਡੀ ਜਿਹੜੀ ਹੈ ਨਾ ਤੇ ਮੇਰਾ ਮਜ਼ਦਾ 3500 ਆ ਤੇ ਮੈਂ ਚਾਹ ਰਿਹਾ ਸਾਂ ਉਹਦੇ ਟਾਇਰ ਪੀਲੇ ਕਰ ਦਈਏ। ਨਾਲ ਗੱਲਾਂ ਗੱਲਾਂ 'ਚ ਫਿਰ ਸਾਡੀ ਸਾਂਝੀ ਰਿਸ਼ਤੇਦਾਰੀ ਹੋ ਗਈ। ਇਹਨਾਂ ਨਾਲ ਨਿੱਕੀ ਜੀ ਗੱਡੀ ਹੈ ਨੀਲੇ ਰੰਗ ਦੀ, ਏਡੀ ਕੋ ਡਿੱਗੀ ਉਹਦੀ, ਤੇ ਅਸੀਂ ਮਜ਼ਦਾ 3500 ਦਾ ਜਿਹੜਾ ਚਾਹੁੰਦੇ ਸਾਂ ਰਿਸ਼ਤਾ ਕਰਦੀ। ਤੇ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਅੱਜ ਭੁੱਖਾਂ ਵਾਲੇ ਗੰਢੇ ਆਏ ਆ ਜਨਾਬ ਵਿੱਚ, ਤੇ ਆ ਇਹਨਾਂ ਨੇ ਅੱਛਾ ਇਹ ਬਣਾਉਣਾ ਆਪਾਂ ਕੀ ਕਰਕੇ ਇਹ ਜੀ ਤੁਹਾਨੂੰ ਅੱਜ ਬਣਾ ਕੇ ਦੇਵਾਂਗੇ। ਮੈਂ ਆਂਦਾ ਤੇ ਨਹੀਂ ਮਗਰ ਬਣਾ ਦਊਂਗਾ, ਬਣੂਗਾ ਅੱਛਾ। ਚਾਵਲ ਤੁਸੀਂ ਅੱਛੇ ਤੇ ਜੀ ਹੁਣ ਜਿੱਤੇ ਹੋਇਆ ਤੇ ਰਜ਼ਾ ਭਾਈ ਨੇ ਆਪ ਚਾਵਲ ਪਿਓ ਹੋਇਆ, ਠੀਕ ਹੈ। ਇਤਨਾ ਰੋਸ਼ਨੀ ਠੀਕ ਆ ਰਹੀ ਆ ਪੁੱਤ? ਆਪਣਾ ਕੈਮਰਾਮੈਨ ਨਹੀਂ ਸੀ ਇਹ ਨਾ ਜੀ ਹਾਈਲਾਈਟ ਛਤਰੀ ਲਾ ਕੇ ਦੇ ਦਿੱਤੀ ਮੈਨੂੰ, ਜਿਹੜਾ ਪਤਾ ਨਹੀਂ ਹੁਣ ਗਲੋਬ ਜਿਹਾ ਕਾਹਦਾ, ਅਸੀਂ ਤੇ ਪਿੰਡਾਂ 'ਚ ਟੰਗੀ ਦਾ ਸੀ ਤੇ ਛੱਤਾਂ ਤੇ। ਇਹਨਾਂ ਦੇ 'ਚ ਹੁਣ ਜੀ ਚਾਵਲ ਪਾਏ ਆ, ਤੇ ਚਾਵਲ ਪਾਉਣ ਤੋਂ ਬਾਅਦ ਅਸੀਂ ਹਰੀਆਂ ਮਿਰਚਾਂ ਪਾਵਾਂਗੇ, ਸਬਜ਼ੀ ਵਾਲੇ ਚਾਵਲ ਹੋਣਗੇ ਜਿਹਨੂੰ ਕਹਿੰਦੇ ਨੇ ਸੈਕਟਰ ਰਾਈਸ, ਠੀਕ ਹੈ। ਵੈਜੀਟੇਬਲ ਰਾਈਸ ਗੰਡਾ ਭੁੱਖ ਵਾਲੇ ਆ, ਇਹਦੇ ਵਿੱਚ ਆ ਜੂਗੇ, ਨਾਲ ਆ ਹੋਣਗੇ ਮਸਾਲੇ ਜਾਤ ਵਗੈਰਾ ਪਾਵਾਂਗੇ। ਇਹ ਰਜ਼ਾ ਬਾਈ ਦੀ ਅਸੀਂ ਖਿਦਮਤ 'ਚ ਆਏ ਆ। ਮੈਂ ਕਿਹਾ ਚਲੋ ਇਹਨਾਂ ਨੇ ਤੇ ਬੇਗਮ ਸਾਡੀ ਜਿਹੜੀ ਬਹੂ ਆ, ਇਹਨਾਂ ਦੀ ਬੇਗਮ, ਉਹਨਾਂ ਦੇ ਹੱਥ ਦਾ ਪਤਾ ਨਹੀਂ ਕਿਦੋਂ ਨਸੀਬ ਹੋਵੇ, ਅਸੀਂ ਆਪਣੇ ਹੱਥ ਦਾ ਖਵਾ ਕੇ ਜਾਈਏ ਇਹਨਾਂ ਨੂੰ। ਤੇ ਜੀ ਬਹੁਤ ਅੱਛੇ ਇਨਸਾਨ ਆ, ਤੇ ਅੱਲਾਹ ਪਾਕ ਇਹਨਾਂ ਨੂੰ ਐਦਾਂ ਹੀ ਅੱਛਾ ਰੱਖੇ। ਅੱਛਾ ਸਭ ਤੋਂ ਵੱਡੀ ਇਹਨਾਂ ਦੀ ਸ਼ਖਸੀਅਤ ਐਸੀ ਸ਼ਖਸੀਅਤ ਆ ਕਿ ਜਿੱਥੇ ਬੁਲਾਓ ਬੇਲੋਸ ਚਲੇ ਜਾਂਦੇ ਆ। ਯਕੀਨ ਕਰੋ ਬੇਲੋਸ ਚਲੇ ਜਾਂਦੇ ਆ। ਕੋਈ ਦੇ ਦੇ ਨਾ ਦੇਵੇ, ਆਪਣੀ ਖੁਸ਼ੀ ਨਾਲ ਕੋਈ ਦੇ ਦੇ। ਬਾਹਰ ਸਾਡੇ ਨਾਲ ਤੇ ਐਦਾਂ ਦਾ ਸੀਨ ਨਹੀਂ ਹੋਇਆ ਸੀ। ਸਭ ਤੋਂ ਵੱਡੀ ਗੱਲ ਹੈ ਸੈਯਦ ਆ, ਤੇ ਇਹਨਾਂ ਦੀ ਇਜ਼ਮਤ ਤੋਂ ਸਲਾਮ ਆ ਸਾਡਾ। ਖੁਸ਼ ਰਹੋ ਤੇ ਜਿਉਂਦੇ ਰਹੋ। ਐਦਾਂ ਹੀ ਘਰ ਫੈਮਲੀਆਂ ਨੂੰ ਟਾਈਮ ਦਿਆ ਕਰੋ ਤੇ ਆਪਣੀ ਫਰੈਸ਼ਮੈਂਟ ਰੱਖਿਆ ਕਰੋ। ਸਟ੍ਰੈਸ ਦੇ ਤੁਸੀਂ ਪੇਸ਼ੈਂਟ ਨਾ ਬਣੋ, ਠੀਕ ਹੈ। ਥੈਂਕ ਯੂ। ਅਗਲਾ ਪਾਰਟਸ ਫੇਰ ਵਿਖਾਵਾਂਗੇ ਤੁਹਾਨੂੰ। ਤੁਸੀਂ ਜਦੋਂ ਨਹੀਂ ਇਹਨਾਂ ਨੂੰ ਕੁਝ ਸਮਝਾਓ। ਇਹ ਹਟਦੇ ਨਹੀਂ, ਸ਼ਰਾਰਤਾਂ ਬਹੁਤ ਕਰਦੇ। ये जो छोटी शरारतें आती हैं ना, ये 3 बंदे नहीं हट रहे। ये होनी चाहिए लाइफ में। मैं अक्सर कहता था कि आप जब एजेड हो जाते हैं तो तब भी तो बच्चा बनते हैं ना, तो यानी कि एक चीज को बार बार रिपीट करते हैं। बुजुर्ग हम हो जाते थे ना, तो हम रिपीट करते हैं एक चीज को, यार वो चीज छुप ली है, फिर 5 मिनट बाद बच्चे को कहना यार वो चीज, उस वक्त आप बच्चे बन जाते हैं। तो मैं कहता हूँ इसी जवानी में ही बच्चा रहना चाहिए इंसान को, बुढ़ापे तक। तो यानी कि दिल, वो बच्चे का मकसद कहने का ये है कि वो दिल साफ होता है। लड़ाई हुई है, आपस में फाइट हुई है, एक आधे घंटे के बाद फिर मिल बैठ के खाना पीना। अल्लाह पाक बेटा सबको कामयाबियां दे, आप अपने वालिदैन के लिए मेहनतें कर रहे हैं, और अल्लाह पाक आपकी काविशें जो है रंग लेके आए, और ऐसे ही वालिदैन का नेम रोशन करें।